ਦੋਸਤੋ ਕੀ ਹੈ ਸਵਾਮੀਨਾਥਨ ਕਮਿਸ਼ਨ ਦਾ C2 ਪਲੱਸ 50% ਫਾਰਮੂਲਾ ਜਿਸ ਨੂੰ ਲੈਣ ਲਈ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਨਿੱਤਰੇ ਹਨ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ ਕੁਝ ਜਾਣਕਾਰੀ। ਦੋਸਤੋ ਦਿੱਲੀ ਦੀਆਂ ਸਰਹੱਦਾਂ ਤੇ ਸਾਲ 2020 ਵਿੱਚ ਲੱਗੇ ਅੰਦੋਲਨ 'ਚ ਇੱਕ ਆਵਾਜ਼ ਉਠਾਈ ਗਈ ਸੀ ਫਸਲ ਦੀ ਖਰੀਦ ਤੇ MSP ਖਰੀਦ ਗਰੰਟੀ ਕਾਨੂੰਨ ਬਣਾਇਆ ਜਾਵੇ, ਜਿਸ ਨੂੰ ਲੈ ਕੇ ਹੁਣ ਦਿੱਲੀ ਚਲੋ ਅੰਦੋਲਨ ਪਾਰਟ 2 ਸ਼ੁਰੂ ਹੋ ਗਿਆ ਹੈ। 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਨੂੰ ਚਾਲੇ ਪਾ ਲਏ, ਪਰ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੀ ਸਰਹੱਦਾਂ ਤੇ ਰੋਕ ਦਿੱਤਾ ਗਿਆ। ਕਿਸਾਨ ਮੰਗ ਕਰ ਰਹੇ ਹਨ ਕਿ ਇੱਕ ਤਾਂ ਫਸਲ ਦੀ ਖਰੀਦ ਤੇ MSP ਖਰੀਦ ਗਰੰਟੀ ਕਾਨੂੰਨ ਬਣਾਇਆ ਜਾਵੇ ਅਤੇ ਦੂਸਰਾ ਸਵਾਮੀਨਾਥਨ ਕਮਿਸ਼ਨ ਦਾ C2 ਪਲੱਸ 50% ਫਾਰਮੂਲਾ ਲਾਗੂ ਕੀਤਾ ਜਾਵੇ। ਹੁਣ ਆਖਰ C2 ਪਲੱਸ 50 ਫਾਰਮੂਲਾ ਲਾਗੂ ਕੀ ਹੈ, ਹੁਣ ਇਸ ਬਾਰੇ ਤੁਹਾਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤੋ ਦਰਅਸਲ ਭਾਰਤ ਸਰਕਾਰ ਦਾ ਇੱਕ ਕਮਿਸ਼ਨ ਬਣਾਇਆ ਹੈ ਜੋ ਫਸਲਾਂ ਦੀ MSP ਤੈਅ ਕਰਦਾ ਹੈ। ਇਸ ਦਾ ਨਾਮ ਹੈ ਕਮਿਸ਼ਨ ਫਰੋਮ ਐਗਰੀਕਲਚਰ ਕਾਸਟ ਐਂਡ ਪ੍ਰਾਈਜ਼, ਜਾਣੀ ਕਿ CACP। ਇਹ ਕਮਿਸ਼ਨ ਹੀ ਭਾਰਤ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ MSP ਦੀ ਸਿਫਾਰਿਸ਼ ਕਰਦਾ ਹੈ। ਇਸ ਦੇ ਲਈ CACP ਕੁਝ ਫਾਰਮੂਲਾ ਵਰਤਦੇ ਹਨ। ਇਹ 3 ਫਾਰਮੂਲੇ ਹਨ। ਪਹਿਲਾ ਹੈ A2, ਦੂਸਰਾ ਹੈ A2 ਪਲੱਸ FL ਅਤੇ ਤੀਸਰਾ ਹੈ C2 ਫਾਰਮੂਲਾ। ਹੁਣ ਤੁਹਾਨੂੰ ਦੱਸਦਾ ਪਹਿਲਾ ਫਾਰਮੂਲਾ A2 ਫਾਰਮੂਲਾ ਕੀ ਹੈ। ਦੋਸਤੋ CACP ਵੱਲੋਂ ਵਰਤੇ ਜਾਂਦੇ A2 ਫਾਰਮੂਲੇ 'ਚ ਕਿਸਾਨ ਦੇ ਖਰਚੇ ਸ਼ਾਮਲ ਹੁੰਦੇ ਹਨ, ਜਿਵੇਂ ਕਿ ਬੀਜ, ਖਾਦ, ਕੀਟਨਾਸ਼ਕ, ਮਜ਼ਦੂਰਾਂ ਦੀ ਦਿਹਾੜੀ, ਜ਼ਮੀਨ ਦਾ ਕਿਰਾਇਆ, ਮਸ਼ੀਨਰੀ ਅਤੇ ਤੇਲ ਦੀ ਲਾਗਤ। ਇਹਨਾਂ ਸਾਰਿਆਂ ਨੂੰ A2 ਫਾਰਮੂਲੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਦੂਸਰਾ ਫਾਰਮੂਲਾ A2 ਪਲੱਸ FL ਫਾਰਮੂਲਾ ਕੀ ਹੈ। ਦੋਸਤੋ ਇਸ ਵਿੱਚ A2 ਫਾਰਮੂਲੇ 'ਚ ਸ਼ਾਮਲ ਕੀਤੀਆਂ ਗਈਆਂ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਜ਼ਮੀਨ ਦੇ ਮਾਲਕ ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਖੇਤਾਂ ਵਿੱਚ ਕੀਤਾ ਗਿਆ ਮੁਫਤ ਦਾ ਕੰਮ ਵੀ ਸ਼ਾਮਲ ਹੈ। ਹੁਣ ਗੱਲ ਕਰਦੇ ਹਾਂ C2 ਫਾਰਮੂਲੇ ਦੀ। ਦੋਸਤੋ ਇਸ ਵਿੱਚ A2 ਪਲੱਸ FL ਫਾਰਮੂਲਾ ਵਿੱਚ ਸ਼ਾਮਲ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਜੇਕਰ ਆਪਣੀ ਜ਼ਮੀਨ ਹੈ ਤਾਂ ਉਸ ਦਾ ਕਿਰਾਇਆ ਅਤੇ ਫਿਕਸਡ ਕੈਪੀਟਲ ਦੇ ਦੇਣਯੋਗ ਵਿਆਜ ਸ਼ਾਮਲ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ C2 ਪਲੱਸ 50% ਫਾਰਮੂਲਾ। ਦੋਸਤੋ ਤੁਹਾਨੂੰ ਦੱਸਦੇ ਹਾਂ ਕਿ C2 ਪਲੱਸ 50 ਫਾਰਮੂਲਾ ਕਿਵੇਂ ਬਣਦਾ ਹੈ, ਜਿਸ ਦੀ ਕਿਸਾਨ ਮੰਗ ਕਰ ਰਹੇ ਹਨ। ਸਵਾਮੀਨਾਥਨ ਕਮਿਸ਼ਨ 'ਚ ਦੱਸਿਆ ਗਿਆ ਹੈ ਕਿ C2 ਫਾਰਮੂਲੇ ਵਾਲੀਆਂ ਸਾਰੀਆਂ ਚੀਜ਼ਾਂ ਤਾਂ ਮਿਲਣਗੀਆਂ, ਸਗੋਂ ਇਸ ਦੇ ਨਾਲ 50% ਵਾਧੂ ਰਕਮ ਵੀ ਮਿਲਣੀ ਚਾਹੀਦੀ ਹੈ ਜੋ ਖੇਤੀ ਦਾ ਮੁਨਾਫਾ ਹੋਵੇਗੀ। ਕਿਸਾਨ ਘੱਟੋ ਘੱਟ ਸਮਰਥਕ ਮੁੱਲ ਤੈਅ ਕਰਨ ਦੀ ਮੌਜੂਦਾ ਪ੍ਰਣਾਲੀ ਤੋਂ ਖੁਸ਼ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਇਸ ਲਈ ਕਿਸਾਨਾਂ ਦੀ ਵਿੱਤੀ ਹਾਲਤ ਸੁਧਾਰਨ ਲਈ ਕੇਂਦਰ ਸਰਕਾਰ ਨੇ 18 ਨਵੰਬਰ 2004 ਨੂੰ ਇੱਕ ਕਮਿਸ਼ਨ ਦਾ ਸੰਗਠਨ ਕੀਤਾ ਸੀ। ਬਾਅਦ ਵਿੱਚ ਇਹ ਸਵਾਮੀਨਾਥਨ ਕਮਿਸ਼ਨ ਦੇ ਨਾਂ ਨਾਲ ਪ੍ਰਸਿੱਧ ਹੋਇਆ। ਦੋਸਤੋ ਕਮਿਸ਼ਨ ਨੇ 2 ਸਾਲਾਂ ਵਿੱਚ 5 ਰਿਪੋਰਟਾਂ ਸਰਕਾਰ ਨੂੰ ਸੌਂਪੀਆਂ ਸਨ। ਉਹਨਾਂ ਰਿਪੋਰਟਾਂ ਵਿੱਚ 201 ਸਿਫਾਰਸ਼ਾਂ ਸ਼ਾਮਲ ਸਨ। ਇਹਨਾਂ ਵਿੱਚੋਂ ਸਭ ਤੋਂ ਵੱਧ ਚਰਚਾ ਕੀਤੀ ਗਈ ਸੀ ਸਿਰਫ ਘੱਟੋ ਘੱਟ ਸਮਰਥਕ ਮੁੱਲ MSP ਨਾਲ ਸੰਬੰਧਿਤ ਸੀ। ਇਸ ਵਿੱਚ ਕਿਸਾਨਾਂ ਨੂੰ C2 ਪਲੱਸ 50% ਫਾਰਮੂਲੇ ਤੇ ਫਸਲਾਂ ਦਾ ਘੱਟੋ ਘੱਟ ਸਮਰਥਕ ਮੁੱਲ ਤੈਅ ਕਰਨ ਲਈ ਕਿਹਾ ਗਿਆ ਸੀ। ਇਸ ਦਾ ਮਤਲਬ ਹੈ ਕਿ C2 ਦੀ ਲਾਗਤ ਮਿਲਣ ਦੇ ਨਾਲ ਕਿਸਾਨਾਂ ਨੂੰ ਇਸ ਤੇ 50% ਵਾਧੂ ਰਕਮ ਵੀ ਮਿਲਣੀ ਚਾਹੀਦੀ ਹੈ, ਜਿਸ ਨੂੰ ਖੇਤੀ ਦਾ ਮੁਨਾਫਾ ਕਿਹਾ ਜਾਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਵੇਲੇ ਕਿਸਾਨ ਕੀ ਚਾਹੁੰਦੇ ਹਨ। ਦੋਸਤੋ ਕਿਸਾਨ ਚਾਹੁੰਦੇ ਹਨ ਕਿ ਘੱਟੋ ਘੱਟ ਸਮਰਥਕ ਮੁੱਲ ਤੈਅ ਕਰਨ ਲਈ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ C2 ਪਲੱਸ 50% ਲਾਗੂ ਕੀਤਾ ਜਾਵੇ। ਅਸਲ ਵਿੱਚ ਕਿਸਾਨ ਇਸ ਲਈ ਨਾਰਾਜ਼ ਹਨ ਕਿਉਂਕਿ MSP ਤੈਅ ਕਰਨ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਰਿਪੋਰਟ ਨੂੰ ਲਾਗੂ ਕਰਨਾ ਮੌਜੂਦਾ ਸਰਕਾਰ ਦਾ ਚੋਣ ਵਾਅਦਾ ਰਿਹਾ ਹੈ। 2018 ਵਿੱਚ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਹਨ, ਪਰ ਇਸ ਦੀ ਅਜੇ ਵੀ ਉਡੀਕ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਮੁੱਦਾ ਵੀ ਜਨਹਿਤ ਪਟੀਸ਼ਨ ਦੇ ਰੂਪ ਵਿੱਚ ਸੁਪਰੀਮ ਕੋਰਟ ਪੁੱਜ ਗਿਆ ਹੈ। ਇਸ ਦੇ ਜਵਾਬ ਵਿੱਚ ਮੌਜੂਦਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਕੇਂਦਰ ਕੋਲ ਮੌਜੂਦ ਵਿੱਤੀ ਸਰੋਤਾਂ ਨਾਲ C2 ਪ੍ਰਸਤਾਵ ਨੂੰ ਲਾਗੂ ਕਰਨਾ ਵਿਵਹਾਰਕ ਨਹੀਂ ਹੈ, ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਦੋਸਤੋ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਸਵਾਮੀਨਾਥਨ ਕਮਿਸ਼ਨ ਦਾ C2 ਪਲੱਸ 50% ਫਾਰਮੂਲਾ ਕੀ ਹੈ ਤੇ ਕਿਉਂ ਕਿਸਾਨ ਇਸ ਦੀ ਮੰਗ ਕਰ ਰਹੇ ਹਨ।